Hello students, today we are going to start the topic active and passive voice. Voice ਤੋਂ ਭਾਵ ਆਵਾਜ਼ ਜਾਂ ਉਚਾਰਨ ਕਰਨਾ। ਵੌਇਸ ਦੋ ਤਰ੍ਹਾਂ ਦੀ ਹੈ, ਐਕਟਿਵ ਵੌਇਸ ਐਂਡ ਪੈਸਿਵ ਵੌਇਸ। ਐਕਟਿਵ ਵੌਇਸ ਐਂਡ ਪੈਸਿਵ ਵੌਇਸ ਦਾ ਜੋ ਸੈਂਟੈਂਸ ਹੈ, ਇਹਨਾਂ ਦੋਨੋਂ ਸੈਂਟੈਂਸਸ ਦਾ ਮੀਨਿੰਗ ਸੇਮ ਹੁੰਦਾ ਹੈ, ਬਟ ਜੋ ਐਕਟਿਵ ਵੌਇਸ ਐਂਡ ਪੈਸਿਵ ਵੌਇਸ ਦਾ ਸੈਂਟੈਂਸ ਹੈ, ਇਹਨਾਂ ਦੋਨੋਂ ਸੈਂਟੈਂਸਸ ਦੇ ਸਟਰਕਚਰ ਵਿੱਚ ਡਿਫਰੈਂਸ ਹੈ। ਜੋ ਪੈਸਿਵ ਵੌਇਸ ਦਾ ਸੈਂਟੈਂਸ ਹੈ ਉਹ ਐਕਟਿਵ ਵੌਇਸ ਦੇ ਸੈਂਟੈਂਸ ਤੋਂ ਥੋੜ੍ਹਾ ਲੰਬਾ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਦੋਨੋਂ ਸੈਂਟੈਂਸਸ ਦੇ ਸਟਰਕਚਰ ਵਿੱਚ ਅੰਤਰ ਹੈ। ਇਸ ਐਗਜ਼ਾਮਪਲ ਤੋਂ ਤੁਹਾਨੂੰ ਹੋਰ ਕਲੀਅਰ ਹੋ ਜਾਵੇਗਾ। ਫੋਰ ਐਗਜ਼ਾਮਪਲ, ਰਾਮ ਪਲੇਜ਼ ਹਾਕੀ। ਇਹ ਸੈਂਟੈਂਸ ਐਕਟਿਵ ਵੌਇਸ ਦਾ ਸੈਂਟੈਂਸ ਹੈ। ਇਸ ਸੈਂਟੈਂਸ ਦੇ ਵਿੱਚ ਰਾਮ ਸਬਜੈਕਟ ਹੈ, ਪਲੇਜ਼ ਵਰਬ, ਹਾਕੀ ਆਬਜੈਕਟ। ਸਬਜੈਕਟ ਤੋਂ ਭਾਵ ਕਰਤਾ ਜੋ ਸੈਂਟੈਂਸ ਦੇ ਵਿੱਚ ਕੰਮ ਕਰ ਰਿਹਾ ਹੈ। ਵਰਬ ਤੋਂ ਭਾਵ ਕਿਰਿਆ, ਆਬਜੈਕਟ ਤੋਂ ਭਾਵ ਕਰਮ, ਭਾਵ ਸਬਜੈਕਟ ਜਿਸ 'ਤੇ ਕੰਮ ਕਰ ਰਿਹਾ। ਜਿਸ ਸਮੇਂ ਅਸੀਂ ਟੈਂਸ ਦੇ ਨਾਲ ਰਿਲੇਟਡ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਦੇ ਹਾਂ ਤਾਂ ਉਸ ਸਮੇਂ ਕੁਝ ਜੋ ਰੂਲਸ ਨੇ, ਨਿਯਮ ਨੇ, ਉਹਨਾਂ ਨੂੰ ਅਪਲਾਈ ਕਰਦੇ ਹਾਂ। ਜਿਸ ਤਰ੍ਹਾਂ ਆਬਜੈਕਟ ਨੂੰ ਸਬਜੈਕਟ ਦੀ ਜਗ੍ਹਾ 'ਤੇ ਯੂਜ਼ ਕੀਤਾ ਜਾਂਦਾ, ਸਬਜੈਕਟ ਨੂੰ ਆਬਜੈਕਟ ਦੀ ਜਗ੍ਹਾ 'ਤੇ ਟੈਂਸ ਦੇ ਅਕੋਰਡਿੰਗ ਥਰਡ ਫਾਰਮ ਦੇ ਨਾਲ ਹੈਲਪਿੰਗ ਵਰਬ ਯੂਜ਼ ਕੀਤੀ ਜਾਂਦੀ ਹੈ। ਜੋ ਐਕਟਿਵ ਵੌਇਸ ਦਾ ਸਬਜੈਕਟ ਹੈ ਉਸ ਨੂੰ ਜਿਸ ਸਮੇਂ ਆਬਜੈਕਟ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਜ਼ਿਆਦਾਤਰ ਅਸੀਂ ਪ੍ਰੈਪੋਜੀਸ਼ਨ ਬਾਏ ਨੂੰ ਯੂਜ਼ ਕਰਦੇ ਹਾਂ। ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਅਸੀਂ ਹਮੇਸ਼ਾ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ। ਇਹ ਪੁਆਇੰਟਸ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣੇ। ਅੱਗੇ ਅਸੀਂ ਗੱਲ ਕਰਾਂਗੇ ਚੇਂਜ ਆਫ ਪ੍ਰੋਨਾਊਨਸ। ਐਕਟਿਵ ਵੌਇਸ ਦਾ ਜੋ ਸਬਜੈਕਟ ਹੈ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਆਬਜੈਕਟ ਦੇ ਤੌਰ 'ਤੇ ਅਸੀਂ ਇਸ ਚਾਰਟ ਦੇ ਅਕੋਰਡਿੰਗ ਚੇਂਜ ਕਰਾਂਗੇ। ਜਿਸ ਤਰ੍ਹਾਂ ਆਈ ਨੂੰ ਮੀ ਦੇ ਵਿੱਚ ਚੇਂਜ ਕਰਾਂਗੇ, ਵੀ ਨੂੰ ਅਸ ਦੇ ਵਿੱਚ, ਯੂ ਨੂੰ ਯੂ ਦੇ ਵਿੱਚ ਹੀ ਨੂੰ ਹਿਮ ਦੇ ਵਿੱਚ, ਸ਼ੀ ਨੂੰ ਹਰ ਦੇ ਵਿੱਚ, ਦੇ ਨੂੰ ਦਿਮ ਦੇ ਵਿੱਚ। ਇਹ ਪੁਆਇੰਟਸ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣੇ। ਸਟੂਡੈਂਟਸ, ਅੱਗੇ ਅਸੀਂ ਗੱਲ ਕਰਾਂਗੇ ਚੇਂਜ ਆਫ ਵੌਇਸ ਇਨਵੋਲਵਿੰਗ ਟੈਂਸਸ। ਜਿਸ ਸਮੇਂ ਐਕਟਿਵ ਵੌਇਸ ਦਾ ਸੈਂਟੈਂਸ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਵਿੱਚ ਚੇਂਜ ਕਰਨ ਦੇ ਲਈ ਅਸੀਂ ਰੂਲਸ ਫੋਲੋ ਕਰਾਂਗੇ। ਜਿਸ ਸਮੇਂ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਔਰ ਫਸਟ ਫਾਰਮ ਦੇ ਨਾਲ ਐਸ ਔਰ ਈ ਐਸ ਪਲੱਸ ਆਬਜੈਕਟ ਯੂਜ਼ ਕੀਤਾ ਗਿਆ ਤਾਂ ਇਸ ਨੂੰ ਅਸੀਂ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲ ਫੋਲੋ ਕਰਾਂਗੇ। ਸਬਜੈਕਟ ਪਲੱਸ ਇਜ਼, ਐਮ, ਆਰ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। ਸਬਜੈਕਟ ਤੋਂ ਭਾਵ ਜੋ ਆਬਜੈਕਟ ਨੂੰ ਸਬਜੈਕਟ ਦੇ ਤੌਰ 'ਤੇ ਯੂਜ਼ ਕੀਤਾ ਗਿਆ ਹੈ। ਆਬਜੈਕਟ ਤੋਂ ਭਾਵ ਜੋ ਸਬਜੈਕਟ ਨੂੰ ਆਬਜੈਕਟ ਦੇ ਤੌਰ 'ਤੇ ਯੂਜ਼ ਕੀਤਾ ਗਿਆ। ਇਸ ਪੁਆਇੰਟ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ। ਇਸ ਸਬਜੈਕਟ ਤੋਂ ਭਾਵ ਇਹ ਸਬਜੈਕਟ ਨਹੀਂ ਹੈ। ਇਸ ਸਬਜੈਕਟ ਤੋਂ ਭਾਵ ਹੈ ਕਿ ਆਬਜੈਕਟ ਨੂੰ ਅਸੀਂ ਸਬਜੈਕਟ ਦੇ ਤੌਰ 'ਤੇ ਯੂਜ਼ ਕਰਨਾ, ਸਬਜੈਕਟ ਨੂੰ ਆਬਜੈਕਟ ਦੇ ਤੌਰ 'ਤੇ। ਫੋਰ ਐਗਜ਼ਾਮਪਲ, ਇਹ ਸੈਂਟੈਂਸ ਹੀ ਪਲੇਜ਼ ਹਾਕੀ, ਇਹ ਐਕਟਿਵ ਵੌਇਸ ਦਾ ਸੈਂਟੈਂਸ ਹੈ। ਹਾਕੀ ਇਜ਼ ਪਲੇਡ ਬਾਏ ਹਿਮ, ਇਹ ਪੈਸਿਵ ਵੌਇਸ ਦਾ ਸੈਂਟੈਂਸ ਹੈ। ਅੱਗੇ ਨੈਗੇਟਿਵ ਸੈਂਟੈਂਸ, ਸਬਜੈਕਟ ਪਲੱਸ ਡੂ ਔਰ ਡਜ਼ ਪਲੱਸ ਨਾਟ
plus verb the first form plus object, subject plus is, am, are plus not plus verb the third form plus by plus object. For example, a sentence: he does not play hockey. Hockey is not played by him. ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ ਦੀ। do or does plus subject plus verb the first form plus object and the interrogative sign. is, am, are plus subject plus verb the third form plus by plus object and the interrogative sign. For example, does he play hockey? is hockey played by him. ਅੱਗੇ ਅਸੀਂ ਗੱਲ ਕਰਾਂਗੇ use of do and does ਕਿ ਅਸੀਂ do ਔਰ does ਨੂੰ ਕਦੋਂ यूज़ ਕਰਨਾ ਹੈ, ਇਸ ਬਾਰੇ ਡਿਸਕਸ ਕਰਾਂਗੇ। I, we, you, they and plural nouns ਦੇ ਨਾਲ ਅਸੀਂ do यूज़ ਕਰਾਂਗੇ। he, she, it and singular nouns ਦੇ ਨਾਲ ਅਸੀਂ does यूज़ ਕਰਾਂਗੇ। ਜਿਸ ਸਮੇਂ ਐਕਟਿਵ ਵੌਇਸ ਦਾ ਸੈਂਟੈਂਸ ਸਿੰਪਲ ਪਾਸਟ ਟੈਂਸ ਦੇ ਵਿੱਚ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲ ਫੋਲੋ ਕਰਾਂਗੇ। ਐਕਟਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਜੇਕਰ ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਪਲੱਸ ਆਬਜੈਕਟ ਯੂਜ਼ ਕੀਤਾ ਗਿਆ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲ ਫੋਲੋ ਕਰਾਂਗੇ। ਸਬਜੈਕਟ ਪਲੱਸ ਵਾਜ਼, ਵਰ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ। For example, he played hockey. Hockey was played by him. ਇਹ sentence active voice ਦਾ sentence, ਇਹ sentence passive voice ਦਾ sentence। ਅੱਗੇ negative sentence: subject plus did plus not plus verb the first form plus object, subject plus was, were plus not plus verb the third form plus by plus object. For example, a sentence: he did not play hockey. Hockey was not played by him. Again, interrogative sentence: did plus subject plus verb the first form plus object and the interrogative sign. Was, were plus subject plus verb the third form plus by plus object and the interrogative sign. For example, a sentence: did he play hockey? Was hockey played by him? ਅੱਗੇ ਅਸੀਂ ਗੱਲ ਕਰਾਂਗੇ use of was and were ਕਿ ਅਸੀਂ was and were ਨੂੰ ਕਦੋਂ यूज़ ਕਰਨਾ ਹੈ। we, you, they and plural nouns ਦੇ ਨਾਲ ਅਸੀਂ were यूज़ ਕਰਾਂਗੇ, ਜਦ ਕਿ he, she, it and singular nouns ਦੇ ਨਾਲ ਅਸੀਂ was यूज़ ਕਰਾਂਗੇ। ਜੇਕਰ ਐਕਟਿਵ ਵੌਇਸ ਦਾ ਸੈਂਟੈਂਸ ਸਿੰਪਲ ਫਿਊਚਰ ਟੈਂਸ ਦੇ ਵਿੱਚ ਹੈ ਤਾਂ ਉਸ ਨੂੰ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਇਹ ਰੂਲ ਫੋਲੋ ਕਰਾਂਗੇ। ਜਿਸ ਸਮੇਂ ਐਕਟਿਵ ਵੌਇਸ ਦੇ ਸੈਂਟੈਂਸ ਵਿੱਚ ਸਬਜੈਕਟ ਪਲੱਸ ਵਿਲ ਔਰ ਸ਼ੈਲ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਯੂਜ਼ ਕੀਤਾ ਗਿਆ ਤਾਂ ਪੈਸਿਵ ਵੌਇਸ ਦੇ ਸੈਂਟੈਂਸ ਦੇ ਵਿੱਚ ਚੇਂਜ ਕਰਨ ਦੇ ਲਈ ਅਸੀਂ ਸਬਜੈਕਟ ਪਲੱਸ ਵਿਲ ਔਰ ਸ਼ੈਲ ਪਲੱਸ ਬੀ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਯੂਜ਼ ਕਰਾਂਗੇ। For example, a sentence: he will play hockey. Hockey will be played by him. Again, negative sentence: subject plus will or shall plus not plus verb the first form plus object. Subject plus will or shall plus not plus be plus verb the third form plus by plus object. For example, he will not play hockey. Hockey will not be played by him. ਅੱਗੇ ਅਸੀਂ ਗੱਲ ਕਰਾਂਗੇ ਇੰਟੈਰੋਗੇਟਿਵ ਸੈਂਟੈਂਸ: will or shall plus subject plus verb the first form plus object and the interrogative sign. will or shall plus subject plus be plus verb the third form plus by plus object and the interrogative sign. For example, a sentence: will he play hockey? Will hockey be played by him? Students,
ਅੱਜ ਦੀ ਵੀਡੀਓ ਦੇ ਵਿੱਚ ਐਕਟਿਵ ਐਂਡ ਪੈਸਿਵ ਵੌਇਸ ਬਾਰੇ ਸਿਰਫ ਇੰਨਾ ਹੀ। ਜੋ ਬਾਕੀ ਪਾਰਟ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਮੈਂ ਉਮੀਦ ਕਰਦਾ ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਐਕਟਿਵ ਐਂਡ ਪੈਸਿਵ ਵੌਇਸ ਬਾਰੇ ਸਮਝਾਇਆ ਗਿਆ ਉਸ ਬਾਰੇ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਓਕੇ ਸਟੂਡੈਂਟਸ।